ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ ਚੋਂ ਪਹਿਲੀ ਗੱਲ ਹੈ ਅਰਸ਼ਦ ਨਾਈ ਤੇ ਫੌਜੀ ਕੱਟ। ਦਿਮਾਗ ਦੇ ਪੈਂਚਾਂ ਦੇ ਨਾਲ ਮੈਂ ਵਾਲ ਕਟਾਉਣ ਇੱਕ ਨਾਈ ਦੀ ਦੁਕਾਨ ਵਾਲੇ ਪਾਸੇ ਤੁਰ ਪਿਆ। ਰਾਹ 'ਚ ਉਹਨਾਂ ਮੈਨੂੰ ਦੱਸਿਆ ਵੀ ਗਿੱਲ ਸਾਹਿਬ ਇਹ ਜਿਹੜੇ ਨਾਈ ਕੋਲ ਤੁਹਾਨੂੰ ਖੜਨ ਲੱਗੇ ਇਹਦਾ ਨਾਂ ਅਰਸ਼ਦ ਨਾਈ ਹੈ ਤੇ ਇਮਰਾਨ ਖਾਨ ਦਾ ਆਸ਼ਿਕ ਹੈ, ਜਿਆਲਾ ਹੈ, ਸਰਗਰਮ ਕਾਰਕੁਨ ਹੈ। ਖੈਰ ਇਸ ਗੱਲ ਦਾ ਤੇ ਮੈਨੂੰ ਚਾਨਣ ਉਸੇ ਵੇਲੇ ਹੋ ਗਿਆ ਕਿ ਜਦੋਂ ਉਹਦੀ ਦੁਕਾਨ ਤੇ ਅੱਪੜੇ ਤੇ ਜਿਵੇਂ ਉਹਨੇ ਮੈਨੂੰ ਜੱਫਾ ਮਾਰਿਆ ਤੇ ਵੈਲਕਮ ਕੀਤਾ, ਉੱਥੋਂ ਮੈਨੂੰ ਸਮਝ ਆਈ ਵੀ ਭਾਈ ਇਹ ਤੇ ਪੀਰ ਭਾਈ ਹੈ। ਖੈਰ ਉਹਨੇ ਮੈਨੂੰ ਕੁਰਸੀ ਤੇ ਪਾਇਆ, ਚਾਦਰ ਸ਼ਾਦਰ ਲਾਈ ਤੇ ਵਾਲ ਕੱਟਣੇ ਸ਼ੁਰੂ ਕੀਤੇ ਤੇ ਉੱਥੋਂ ਮੈਨੂੰ ਪਤਾ ਲੱਗਾ ਵੀ ਅਰਸ਼ਦ ਜਿਹੜਾ ਮਖੌਲੀ ਵੀ ਬੜਾ, ਕਿਉਂਕਿ ਉਹਨੇ ਪਹਿਲਾਂ ਹੀ ਮਜ਼ਾਇਲ ਛੱਡਿਆ। ਉਹਨੇ ਉਹ ਜਿਹੜੀ ਇੱਕ ਬੈਗ ਜਿਹਾ ਪਾਇਆ ਸੀ ਮੋਢੇ ਨੂੰ ਤੇ ਲਮਕਣ ਡਿਆ ਸੀ ਨਾਲ, ਜਿਹਦੇ ਵਿੱਚ ਉਹਦੀ ਕੈਂਚੀ ਸੀ, ਉਸਤਰਾ ਸੀ, ਕੰਘਾ ਸੀ, ਉਹ ਮੈਨੂੰ ਵਿਖਾ ਕੇ ਆਂਦਾ ਵੀ ਆ ਵੇਖੋ ਸਿੱਧੂ ਮੂਸੇ ਵਾਲਾ ਜਾਂਦਾ ਹੋਇਆ, ਇਹ ਮੈਨੂੰ ਦੇ ਗਿਆ। ਖੈਰ ਵਾਲ ਉਹਨੇ ਕੱਟਣੇ ਸ਼ੁਰੂ ਕੀਤੇ ਤੇ ਨਾਲ ਹੀ ਪਿੱਛੋਂ ਇੱਕ ਪੈਂਚ ਬੋਲਿਆ ਵੀ ਗਿੱਲ ਸਾਹਿਬ ਇਹਨੂੰ ਪੁੱਛੋ ਵੀ ਇਹ ਫੌਜੀ ਕੱਟ ਕਿਉਂ ਨਹੀਂ ਕਰਦਾ। ਉਹਨੇ ਅੱਗੋਂ ਕਿਹਾ ਜੀ ਮੈਂ ਕਰਦਾ, ਕਿਉਂ ਨਹੀਂ ਕਰਦਾ, ਮੈਂ ਡੈਨਿਸ਼ ਫੌਜੀ ਕੱਟ ਕਰਦਾ। ਉਹ ਫੇਰ ਪਿੱਛੋਂ ਪੈਂਚ ਬੋਲਿਆ ਵੀ ਇਹਨੂੰ ਪੁੱਛੋ ਪਾਕਿਸਤਾਨੀ ਫੌਜੀ ਕੱਟ ਕਿਉਂ ਨਹੀਂ ਕਰਦਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਅਰਸ਼ਦ ਅਲੀ ਫੌਜੀ ਪਾਕਿਸਤਾਨੀ ਫੌਜੀ ਕੱਟ ਕਿਉਂ ਨਹੀਂ ਕਰਦਾ। ਉਹਨੇ ਕਿਹਾ ਛੱਡੋ ਐਵੇਂ ਹੀ ਲੱਗੇ ਨੇ। ਪਿੱਛੋਂ ਫੇਰ ਪੈਂਚ ਬੋਲਿਆ, ਉਹਨੇ ਕਿਹਾ ਜੀ ਐਵੇਂ ਨਹੀਂ ਲੱਗੇ, ਅੱਜ ਕੱਲ੍ਹ ਕੋਈ ਆ ਕੇ ਇਹਨੂੰ ਆਖੇ ਵੀ ਪਾਕਿਸਤਾਨੀ ਫੌਜੀ ਕੱਟ ਕਰਦੇ ਤੇ ਇਹ ਦੁਕਾਨੋਂ ਬਾਹਰ ਕੱਢ ਦਿੰਦਾ। ਮੈਂ ਕਿਹਾ ਅਰਸ਼ਦ ਅਲੀ ਇਹ ਗੱਲ ਸੱਚੀ ਹੈ। ਉਹਨੇ ਕਿਹਾ ਜੀ ਗੱਲ ਇਹ ਬਿਲਕੁਲ ਸੱਚੀ ਹੈ। ਮੈਂ ਕਿਹਾ ਉਹ ਕਿਉਂ। ਉਹਨੇ ਕਿਹਾ ਜੀ ਮੈਂ ਸਾਰੀ ਉਮਰ ਤੋਂ ਹੀ, ਕਿਉਂਕਿ ਮੇਰੇ ਗਾਹਕ ਸਾਰੇ ਪਾਕਿਸਤਾਨੀ ਨੇ, ਤੇ ਜਿਸ ਵੇਲੇ ਕੋਈ ਆ ਕੇ ਮੈਨੂੰ ਆਂਦਾ ਸੀ ਵੀ ਫੌਜੀ ਕੱਟ ਕਰਦੇ ਤੇ ਮੈਨੂੰ ਪਤਾ ਸੀ ਉਹ ਪਾਕਿਸਤਾਨੀ ਫੌਜੀ ਕੱਟ ਹੀ ਆਖਣ ਡਿਆ, ਡੈਨਿਸ਼ ਤੇ ਨਹੀਂ ਆਖੇਗਾ। ਤੇ ਮੈਂ ਉਹਨੂੰ ਅੱਗੋਂ ਪੁੱਛਦਾ ਸਾਂ ਬੜੇ ਸ਼ੌਕ ਨਾਲ ਵੀ ਰੰਗਰੂਟ ਵਾਲੀ ਜਾਂ ਅਫਸਰ ਵਾਲੀ, ਜਿਹੜੀ ਉਹ ਆਂਦਾ ਸੀ ਮੈਂ ਕੱਟ ਕਰ ਦਿੰਦਾ ਸਾਂ। ਹੁਣ ਮੇਰੇ ਕੋਲੋਂ ਨਹੀਂ ਹੁੰਦੀ। ਹੁਣ ਜੇ ਕੋਈ ਆਖੇ ਵੀ ਫੌਜੀ ਕੱਟ ਪਾਕਿਸਤਾਨੀ ਕਰਾਉਣੀ ਹੈ ਤੇ ਮੈਂ ਉਹਨੂੰ ਦੁਕਾਨੋਂ ਬਾਹਰ ਕੱਢ ਦਿੰਦਾ, ਤੇ ਜੇ ਆਖੇ ਡੈਨਿਸ਼ ਵਾਲੀ ਕਰਾਉਣੀ ਤੇ ਮੈਂ ਕਰ ਦਿੰਦਾ। ਮੈਂ ਕਿਹਾ ਇਹ ਕਿਉਂ। ਉਹਨਾਂ ਕਿਹਾ ਗਿੱਲ ਸਾਹਿਬ ਇਹ ਹੁਣ ਤੁਹਾਨੂੰ ਮੇਰੇ ਖਿਆਲ ਪੁੱਛਣਾ ਤਾਂ ਨਹੀਂ ਚਾਹੀਦਾ, ਤੁਹਾਨੂੰ ਆਪ ਹੀ ਪਤਾ ਹੈ ਵੀ ਜਨਰਲ ਬਾਜਵਾ ਨੇ ਜੋ ਕੁਛ ਕਰ ਛੜਿਆ ਪਾਕਿਸਤਾਨ ਨਾਲ ਤੇ ਜੋ ਕੁਛ ਮੌਜੂਦਾ ਜਨਰਲ ਸਾਹਿਬ ਨੇ ਕਰ ਛੜਿਆ ਤੇ ਮੇਰੇ ਮੁਰਸ਼ਦ ਇਮਰਾਨ ਖਾਨ ਨਾਲ ਤੇ ਸਾਡੀਆਂ ਬੀਬੀਆਂ ਭੈਣਾਂ ਨਾਲ ਜੋ ਕੁਝ ਪਾਕਿਸਤਾਨ 'ਚ ਹੋ ਗਿਆ ਹੈ, ਅਰਸ਼ਦ ਸ਼ਰੀਫ ਨਾਲ ਤੇ ਦੂਜੇ ਸਾਰਿਆਂ ਨਾਲ, ਤੇ ਜਿਵੇਂ ਸਾਨੂੰ ਓਵਰਸੀਜ਼ ਪਾਕਿਸਤਾਨੀਆਂ ਨੂੰ ਅੱਜ ਦੇ ਚੌਧਰੀ ਨਿਜ਼ਾਮਦੀਨ ਨੇ ਤਰਾ ਕੇ ਰੱਖਿਆ ਵੀ ਜੇ ਤੁਸੀਂ ਉੱਥੇ ਆਵਾਜ਼ ਕੱਢੀ ਤੇ ਇੱਥੇ ਆਉਂਦਿਆਂ ਨੂੰ ਤੁਹਾਨੂੰ ਫੜ ਲਾਂਗੇ ਜਾਂ ਤੁਹਾਡੇ ਘਰ ਵਾਲਿਆਂ ਨੂੰ। ਤੇ ਉਹਨੇ ਕਿਹਾ ਹੁਣ ਮੇਰੀ ਤੁਹਾਨੂੰ ਇਜਾਜ਼ਤ ਸਾਰਿਆਂ ਨੂੰ ਦਿੰਦੀ ਹੋਏਗੀ, ਮੈਂ ਤੇ ਮਾੜਾ ਜਿਹਾ ਨਾਈ ਹੈ ਪਰ ਮੇਰੀ ਕਨਵਿਕਸ਼ਨ ਪੂਰੀ ਹੈ। ਉਹਨੇ ਆਖਿਆ ਮੈਂ ਗਿੱਲ ਸਾਹਿਬ ਨਹੀਂ ਹੁਣ ਉਹ ਫੌਜੀ ਕੱਟ ਕਰ ਸਕਦਾ, ਮੇਰਾ ਦਿਲ ਇਜਾਜ਼ਤ ਨਹੀਂ ਦਿੰਦਾ। ਮੈਂ ਉਹਨੂੰ ਆਖਿਆ ਵੀ ਭਾਈ ਗੱਲ ਇਹ ਹੈ ਕਿ ਇਹਦੇ 'ਚ ਸਾਰੀ ਫੌਜ ਦਾ ਕਸੂਰ ਤੇ ਕੋਈ ਨਹੀਂ, ਇਹ ਤੇ ਉੱਤੇ ਬੈਠੇ ਬੰਦਿਆਂ ਦਾ। ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਅਰਸ਼ਦ ਨੇ ਮੈਨੂੰ ਵਾਪਸ ਇੱਕ ਹੋਰ ਸਵਾਲ ਠੋਕ ਦਿੱਤਾ। ਉਹਨੇ ਕਿਹਾ ਗਿੱਲ ਸਾਹਿਬ ਇਹ ਪਾਕਿਸਤਾਨ ਆਜ਼ਾਦ ਕਦੋਂ ਹੋਇਆ ਸੀ। ਮੈਂ ਕਿਹਾ ਅਰਸ਼ਦ 1947 'ਚ। ਉਹਨੇ ਕਿਹਾ ਗਿੱਲ ਸਾਹਿਬ ਇਹ ਪਾਕਿਸਤਾਨ ਨਹੀਂ ਸੀ 1947 'ਚ ਆਜ਼ਾਦ ਹੋਇਆ। ਮੈਂ ਕਿਹਾ ਉਹ ਕਿਵੇਂ। ਉਹਨੇ ਕਿਹਾ ਜੀ 1947 'ਚ ਸਿਰਫ ਹਿੰਦੁਸਤਾਨ ਆਜ਼ਾਦ ਹੋਇਆ ਸੀ। ਮੈਂ ਕਿਹਾ ਨਹੀਂ ਨਹੀਂ ਅਸੀਂ ਵੀ ਨਾਲ ਹੀ ਹੋਏ ਸਾਂ। ਬਾਬਾ ਕਾਇਦ ਆਜ਼ਮ ਸਾਹਿਬ ਨੇ ਐਲਾਨ ਕੀਤਾ ਸੀ, ਉਸ ਤੋਂ ਬਾਅਦ ਸਾਡਾ ਆਪਣਾ ਵੱਖਰਾ ਮੁਲਕ ਬਣਿਆ, ਕਰੰਸੀ ਆਪਣੀ, ਬੈਂਕ ਆਪਣਾ, PIA ਆਪਣੀ, ISI ਆਪਣੀ, ਫੌਜ ਆਪਣੀ, ਸ਼ਨਾਖਤੀ ਕਾਰਡ ਦਾ ਸਿਸਟਮ ਆਪਣਾ, ਰੇਲਵੇ ਤੇ ਵੀ ਅਸੀਂ ਇੰਡੀਅਨ ਰੇਲਵੇ ਦੇ ਉੱਤੇ ਪਾਕਿਸਤਾਨ ਰੇਲਵੇ, ਇੰਡੀਅਨ ਪੋਸਟ ਦੇ ਉੱਤੇ ਪਾਕਿਸਤਾਨ ਪੋਸਟ ਲਿਖ ਦਿੱਤਾ, ਜਿਹੜਾ PPC ਸੀ ਉਹਨੂੰ ਵੀ ਅਸੀਂ ਪਾਕਿਸਤਾਨ ਪੀਨਲ ਕੋਡ ਬਣਾ ਲਿਆ, ਹਰ ਸ਼ੈ ਅਸੀਂ ਬਦਲ ਲਈ। ਉਹਨੇ ਕਿਹਾ ਨਹੀਂ ਗਿੱਲ ਸਾਹਿਬ ਆਜ਼ਾਦ ਹਿੰਦੁਸਤਾਨ ਵਾਲੇ ਹੋਏ ਸਨ 1947 'ਚ। ਸਾਡੀ ਜਿਹੜੀ ਲਗਾਮ ਸੀ ਉਹ ਤੇ ਗੋਰਾ ਸਾਹਿਬ ਜਿਹੜੀ ਹੈ ਉਹ ਬਦਰੰਗੇ ਸਾਹਿਬਾਂ ਦੇ ਹੱਥ ਦੇ ਗਏ ਸਨ, ਚੌਧਰੀ ਨਿਜ਼ਾਮਦੀਨ ਦੇ। ਉਹਨੇ ਕਿਹਾ ਵੇਖੋ ਇੰਡੀਆ ਵਾਲਿਆਂ ਨੇ ਚਾਹ ਵਾਲੇ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਨਾ ਉਹਦੀ ਅਕਲ ਹੈ ਤੇ ਨਾ ਸ਼ਕਲ ਹੈ। ਮੈਂ ਸਿਆਸੀ ਸ਼ਕਲ ਦੀ ਗੱਲ ਕਰਨ ਡਏ। ਉਹਨਾਂ ਆਖਿਆ ਨਾ ਕੋਈ ਗੱਲ ਕਰਦਾ, ਪੁੱਠੀਆਂ ਗੱਲਾਂ ਕਰਦਾ ਤੇ ਨਾ ਉਹਦੇ ਵਿੱਚ ਕੋਈ ਐਡੀ ਸੈਂਸ ਹੀ ਹੈ, ਤੇ ਉਹ ਤੀਜੀ ਵਾਰੀ ਉਹਨੂੰ ਵਜ਼ੀਰ ਆਜ਼ਮ ਬਣਾਈ ਫਿਰਦੇ ਨੇ। ਤੇ ਉਹਨਾਂ ਆਖਿਆ ਇਹਨਾਂ 76 ਸਾਲਾਂ 'ਚ ਸਾਡੇ ਚੌਧਰੀ ਨਿਜ਼ਾਮਦੀਨ ਨੂੰ ਇੱਕ ਵੀ ਵਜ਼ੀਰ ਆਜ਼ਮ ਮੇਚ ਨਹੀਂ ਆਇਆ, ਨਾ ਕੋਈ ਚੰਗਾ ਆਇਆ ਤੇ ਨਾ ਕੋਈ ਮਾੜਾ ਆਇਆ, ਨਾ ਕੋਈ ਧੀਮਾ ਆਇਆ ਤੇ ਨਾ ਭੁੱਟੋ ਵਰਗਾ ਸ਼ੋਲਾ ਬਿਆਨ ਆਇਆ, ਨਾ ਕਾਇਦ ਆਜ਼ਮ ਦੀ ਭੈਣ ਫਾਤਮਾ ਜਨਾਹ ਨੂੰ ਬਖਸ਼ਿਆ ਤੇ ਨਾ ਹੀ ਅਸੀਂ ਜਿਹੜਾ ਜਿਹਨੇ ਵੋਟ 162 ਸੀਟਾਂ ਲਈਆਂ ਸਨ ਸ਼ੇਖ ਮੁਜੀਬੁਰ ਰਹਿਮਾਨ ਨੇ ਉਹਨੂੰ ਬਖਸ਼ਿਆ ਤੇ ਮੁਲਕ ਤੋੜ ਕੇ 2 ਕਰ ਲਿਆ। ਉਸ ਤੋਂ ਬਾਅਦ ਉਹਨਾਂ ਆਖਿਆ ਵੀ ਚਲੋ ਲੱਗਦਾ ਸੀ ਵੀ ਮਰਦਾਂ ਨਾਲ ਹੀ ਇਹ ਕੰਮ ਹੋ ਸਕਦਾ, ਕਿਸੇ ਜ਼ਨਾਨੀ ਨੂੰ ਬਰਦਾਸ਼ਤ ਕਰ ਲੈਣ। ਉਹਨਾਂ ਕਿਹਾ ਲੋਕਾਂ ਵੋਟ ਦੇ ਕੇ ਬੇਨਜ਼ੀਰ ਭੁੱਟੋ ਸ਼ਹੀਦ ਨੂੰ ਵਜ਼ੀਰ ਆਜ਼ਮ ਬਣਾਇਆ ਤੇ ਉਹਨਾਂ ਨਾਲ ਵੀ ਉਹੀ ਕਾਰਵਾਈ ਕੀਤੀ। ਚਲੋ ਅਸੀਂ ਆਖਿਆ ਇਹ ਆਪਣੀ ਮਰਜ਼ੀ ਦਾ ਲੈ ਆਉਣ। ਉਹਨੇ ਆਖਿਆ ਫਿਰ ਇਹ ਆਪਣੀ ਮਰਜ਼ੀ ਦਾ ਨਵਾਜ਼ ਸ਼ਰੀਫ ਲੈ ਆਏ, ਜਿਹੜਾ ਲੂਮੜ ਸੀ, ਕਾਰੋਬਾਰੀ ਸੀ, ਇਹਨਾਂ ਨੂੰ ਉਹ ਵੀ ਪਸੰਦ ਨਹੀਂ ਆਇਆ, ਉਹਨੂੰ ਵੀ ਕੱਢ ਦਿੱਤਾ। ਫਿਰ ਬੇਨਜ਼ੀਰ ਨੂੰ ਲੈ ਆਏ, ਫਿਰ ਉਹਨੂੰ ਕੱਢ ਦਿੱਤਾ, ਫਿਰ ਇਹ ਆਪੇ ਹੀ ਆ ਗਏ। ਫਿਰ ਉਸ ਤੋਂ ਬਾਅਦ ਇਹਨਾਂ ਆਖਿਆ ਵੀ ਨਹੀਂ ਹੁਣ ਅਸੀਂ ਆਪ ਆ ਗਏ ਤੇ ਅਸੀਂ ਆਪੇ ਹੀ ਹਾਂਡੀ ਪਕਾਉਣੀ ਹੈ। ਉਹਨਾਂ ਆਖਿਆ ਫਿਰ ਇਹਨਾਂ ਨੇ ਕਾਫ ਲੀਗ ਫਲਾਨੀ ਲੀਗ ਆਪ ਪਾ ਲਈ ਤੇ ਫਿਰ ਉੱਤੇ ਵੀ ਦਿਲ ਖੁਸ਼ ਨਾ ਹੋਇਆ ਤੇ ਫਿਰ ਨਵਾਜ਼ ਸ਼ਰੀਫ ਨੂੰ ਲੈ ਆਏ।
ਫਿਰ ਉਹ ਪੀਪਲਸ ਪਾਰਟੀ ਨੂੰ ਲੈ ਆਏ, ਫਿਰ ਉੱਤੇ ਦਿਲ ਖੁਸ਼ ਨਾ ਹੋਇਆ ਤਾਂ ਫਿਰ ਨਵਾਜ਼ ਸ਼ਰੀਫ ਨੂੰ ਲੈ ਆਏ। ਉਹਨਾਂ ਕਿਹਾ ਫਿਰ ਇਮਰਾਨ ਖਾਨ ਵਰਗਾ ਇਮਾਨਦਾਰ ਆ ਗਿਆ, ਉਹ ਵੀ ਇਹਨਾਂ ਨੂੰ ਪਸੰਦ ਨਾ ਆਇਆ, ਇਹਨਾਂ ਉਹਨੂੰ ਕੱਢ ਕੇ ਫਿਰ ਇਹਨਾਂ ਚੋਰਾਂ ਨੂੰ ਲੈਣ ਦਾ। ਉਹਨਾਂ ਕਿਹਾ ਜੀ ਆਜ਼ਾਦ ਉਹ ਹੋਏ ਨੇ ਜਿੱਥੇ ਇੱਕ ਵਜ਼ੀਰ ਆਜ਼ਮ ਬਣਦਾ ਹੈ ਅਤੇ ਉਹ ਫਿਰ ਆਪਣੀ ਮਰਜ਼ੀ ਦੀਆਂ ਪਾਲਿਸੀਆਂ ਚਲਾਉਂਦਾ ਹੈ। ਉਹਨਾਂ ਦੇ 75 ਸਾਲਾਂ 'ਚ ਕਿਸੇ ਵਜ਼ੀਰ ਆਜ਼ਮ ਨੂੰ ਘਰ ਨਾ ਘੱਲਿਆ, ਜ਼ਨਾਨੀਆਂ ਵੀ ਰਹੀਆਂ, ਮਾੜੇ ਵੀ ਰਹੇ, ਤਗੜੇ ਵੀ ਰਹੇ, ਐਗਰੈਸਿਵ ਵੀ ਰਹੇ ਅਤੇ ਸੌਫਟ ਵੀ ਰਹੇ। ਉਹਨਾਂ ਕਿਹਾ ਸਾਡੇ ਵਾਲੇ ਪਾਸੇ ਨਾ ਕੋਈ ਮਾੜਾ ਚੱਲਣ ਦਿੱਤਾ, ਨਾ ਤਗੜਾ, ਨਾ ਐਗਰੈਸਿਵ, ਨਾ ਚੁੱਪ ਚੱਲਣ ਦਿੱਤਾ, ਨਾ ਬੋਲਣ ਵਾਲਾ ਚੱਲਣ ਦਿੱਤਾ, ਨਾ ਜੋਸ਼ੀਲਾ ਚੱਲਣ ਦਿੱਤਾ, ਨਾ ਜ਼ਨਾਨੀ ਚੱਲਣ ਦਿੱਤੀ, ਅਤੇ ਨਾ ਇਮਰਾਨ ਖਾਨ ਵਰਗਾ ਇਮਾਨਦਾਰ ਚੱਲਣ ਦਿੱਤਾ, ਅਤੇ ਨਾ ਨਵਾਜ਼ ਸ਼ਰੀਫ ਵਰਗਾ ਬੇਈਮਾਨ ਚੱਲਣ ਦਿੱਤਾ। ਉਹਨਾਂ ਕਿਹਾ ਜੀ ਅਸੀਂ ਆਜ਼ਾਦ ਕੋਈ ਨਹੀਂ ਹੋਏ,